और आज मैं मौजूद हूँ थाना फलोरा के इलाके चक शकूर में। मैं ठीक ने उन्हें घर सद्या वो भी मार के सुट गया। मैं अपने घर एरी बीवी ने मैं घर रखी है। हुण जिस दिन का बाहरों आया 2 महीने हो गए ने। मेरी बेटी अपना घर वसाण वास्ते लड़ाइयां झगड़े पे सन, पहला आप ही बेचारी टुर गई है। मैं घर वसाना है अपना। वाले अनासर ने इधर आके फैमिली को परेशान किया, फैमिली को थ्रेट किया, घर के दरवाजे तोड़ दिए गए। क्या तू हुण बह जा, मैनूं नाल भी धमकी ला के गया तू हुण पुलिस नूं सद, उत्थे दरखास्त दे आ। अज रात तेरे विच नहीं खैर दी, रात हमला मैं बड़ा अज करना, अज तू सौ नहीं सकदे। दिमाग को कहना कि ये हमारा दिमाग है, दिमाग हमेशा बेटों की तरह होते हैं। ਇਹਨੇ ਤਾਂ ਮੈਂ ਬਿਲਕੁਲ ਕੋਲ ਉਹਨਾਂ ਦੇ ਆਇਆ। ਮੈਂ ਯਾਰ ਛੱਡੋ, ਤੁਸੀਂ ਆਪੋ 'ਚ ਹੋ ਤੇ ਬਹਿ ਗੱਲ ਕਰ ਕੋ ਜਿਹੜੀ ਵੀ ਹੈ। आप सुन रहे हैं कि इसका हल निकलना चाहिए। ਮੇਰੇ ਬੇਟੇ ਨੇ ਕੁਝ ਪੈਸੇ ਇਹਦੇ ਦੇਣੇ ਸਨ, ਉਹਨਾਂ ਦੇ ਚਾਚੇ ਨੇ, ਉਹਨਾਂ 'ਚ ਗੱਲ ਮੁੱਕੀ ਸੀ, ਰੁਪਈਆ 20 ਲੱਖ ਅਸੀਂ ਅਦਾ ਕਰ ਚੁੱਕੇ ਹਾਂ। जी नाजरीन, इरादा कत्ल या कत्ल करना बात एक ही है। नाजरीन अभी हम चलते हैं थाना फलोरा SHO साहब के पास। वालेकुम नाजरीन, मैं हूं आपका भाई अब्दुल वहीद और आज मैं मौजूद हूं थाना फलोरा के इलाके चक शकूर में, जहां पर कुछ गुंडागर्दी करने वाले अनासर ने इधर आके फैमिली को परेशान किया, फैमिली को थ्रेट किया, घर के दरवाजे तोड़ दिए गए। बताया जाता है कि ये है तो खुद रिश्तेदार हैं आपस में, लेकिन आज गुंडागर्दी की इंतहा देखकर ये रिश्तेदार नहीं कोई दरिंदे नज़र आ रहे हैं। हमारे साथ मौजूद हैं इस घर की औरतें जिनके साथ वो बदतरीन तशद्दुद करके गए हैं। हम उनसे जानने की कोशिश करते हैं कि उनके साथ क्या वाक़या पेश आया और उन्होंने सारे दरवाजे क्यों तोड़ दिए। अस्सलाम वालेकुम। वालेकुम सलाम। जी माँ जी, की हाल है? ठीक हो? हाँ जी ठीक आ। ते की मामला तुहाडे नाल बनिया अज? मेरा बेटा, मैं झूठ नहीं बोलना, मेरे बेटे ने कुछ पैसे ਇਹਦੇ ਦੇਣੇ ਸਨ, ਉਹਨਾਂ ਦੇ ਚਾਚੇ ਨੇ, ਉਹਨਾਂ 'ਚ ਗੱਲ ਮੁੱਕੀ ਸੀ, ਰੁਪਈਆ 20 ਲੱਖ ਅਸੀਂ ਅਦਾ ਕਰ ਚੁੱਕੇ ਹਾਂ। ਬਾਅਦ ਵਿੱਚ ਇਹਨੇ 8 ਲੱਖ ਰੁਪਈਆ ਹੋਰ ਬਣਾ ਦਿੱਤਾ। ਫਿਰ ਵੀ ਉਹਦਾ ਕੱਲ ਚਾਚਾ ਆਇਆ, ਮੈਂ ਆਖਿਆ ਜਾਏਦਾ ਛੁੱਟੀ ਵਾਪਸ ਸਊਦੀਆ 'ਚ, ਮੇਰਾ ਬੇਟਾ ਵੀ ਉੱਥੇ ਵੀ ਅੱਲਾ ਦੇ ਘਰ 'ਚ ਬਹਿ ਕੇ ਉੱਥੇ ਹਿਸਾਬ ਕਿਤਾਬ ਤੁਸੀਂ ਆਪਣਾ ਕਰਿਓ। ਜੇ ਸਾਨੂੰ ਦੇਣੇ ਆਉਂਦੇ ਅਸੀਂ ਦਿਆਂ ਦੇ, ਲੈਣੇ ਆਉਂਦੇ ਅਸੀਂ ਦਿਆਂ ਦੇ। ਉਹ ਬੜੀਆਂ ਧਮਕੀਆਂ ਸਾਨੂੰ ਲਾਂਦਾ ਰਿਹਾ। ਜਿਹਦੇ ਨਾਲ ਤੁਹਾਡਾ ਮਾਮਲਾ ਬਣਿਆ, ਜਿਹਦੇ ਪੈਸਿਆਂ ਦਾ ਲੈਣ ਦੇਣ ਨੇ, ਉਹ ਕੌਣ ਹੈ ਬੰਦਾ? ਉਹ ਮੇਰਾ ਜਵਾਈ ਦਮਾਦ ਜੇ। ਉਹ ਤੁਹਾਡਾ ਦਿਮਾਗ ਹੈ ਆਪਣਾ? ਹਾਂਜੀ ਆਪਣਾ। ਮੇਰੀ ਬੇਟੀ ਉਹਦੇ ਘਰ 'ਚ ਜੇ। ਫਿਰ ਉਹ ਜਦੋਂ ਮੈਂ ਵੇਖ ਲਿਆ ਦਰਵਾਜ਼ੇ 'ਚ ਅੱਗੇ ਆ ਗਿਆ, ਗਾਲਾਂ ਕੱਢਣ ਲੱਗ ਪਿਆ, ਦਰਵਾਜ਼ੇ ਤੋੜਨ ਲੱਗ ਪਿਆ। ਮੈਂ ਦਰਵਾਜ਼ਾ ਨਹੀਂ ਖੋਲ੍ਹਿਆ, ਬਾਅਦ 'ਚ ਖੋਲ੍ਹਿਆ ਨਹੀਂ। ਫਿਰ ਇਸ ਤਰਫ ਤੁਰ ਗਿਆ ਪਏ ਛੱਤ 'ਤੇ ਚੜ੍ਹਨ ਵਾਸਤੇ ਹਵੇਲੀ ਵੱਲ ਨੂੰ। ਉਹਦੇ ਨਾਲ ਉਹਨੇ ਆਪਣੇ ਭਾਈ ਨੂੰ ਤੇ ਚਾੜ ਦਿੱਤਾ। ਉੱਤੋਂ ਮਮਟੀ ਦਾ ਦਰਵਾਜ਼ਾ ਸਾਡਾ ਬੰਦ ਹੈ। ਫਿਰ ਉਹਨਾਂ ਉੱਤੇ ਥੋੜੀ ਉਸ ਕਮਰੇ 'ਚ ਸਾਡੀ ਸੁੱਟ ਦਿੱਤੀ ਭਰਾ ਨੇ ਥੱਲੇ ਸੁੱਟ ਕੇ। ਫਿਰ ਉਹਨਾਂ ਸਾਡੇ ਦਰਵਾਜ਼ੇ ਤੋੜ ਦਿੱਤੇ ਨੇ। ਦਰਵਾਜ਼ੇ ਤੋੜ ਕੇ ਅਸੀਂ ਤੀਸਰੇ ਚੌਥੇ ਆਖਰ ਦੇ ਕਮਰੇ 'ਤੇ ਅਸੀਂ ਦਰਵਾਜ਼ਾ ਬੰਦ ਕੀਤਾ। ਮਾਵਾਂ ਧੀਆਂ ਸਨ ਅੰਦਰ। ਅਸੀਂ ਡਰਦਿਆਂ ਅਸੀਂ ਦਰਵਾਜ਼ਾ ਨਹੀਂ ਖੋਲ੍ਹਿਆ। ਕਿੰਨੇ ਪੈਸਿਆਂ ਦਾ ਮਾਮਲਾ ਤੁਹਾਡਾ ਉਹਦੇ ਨਾਲ? ਮੇਰੇ ਬੇਟੇ ਨੇ ਆਖਿਆ ਮੈਂ ਵੱਧ ਦੇ ਛੜਿਆ ਅੱਗੇ 6 ਲੱਖ। ਸਿਰਫ ਮਾਂ ਨੇ ਤੂੰ ਆਪਣਾ ਫੈਸਲਾ ਕਰ ਛੇ। ਮੈਂ ਕਿਹਾ ਬੇਟਾ ਮੇਰੀ ਧੀ ਉਸ ਘਰ 'ਚ ਵੱਧ ਵੀ ਭਰਨੇ ਨੇ ਤੇ ਅਸੀਂ ਭਰ ਚੁੱਕੇ ਹਾਂ। ਫਿਰ ਮਾਂ ਵਾਸਤੇ ਇਹ ਵੱਧ ਪੈਸੇ ਜਿਹੜੇ ਮੰਗਦਾ ਦੇ ਛੜ ਅਸਾਂ ਭਰ ਦਿੱਤਾ। 20 ਲੱਖ ਰੁਪਏ ਦੇ 4 ਗਵਾਹ ਨੇ ਇਸ ਵਕਤ ਮੌਜੂਦ ਵੀ, ਜਿਨ੍ਹਾਂ ਆਪਣੇ ਹੱਥਾਂ ਨਾਲ ਦੇ ਚੁੱਕੇ ਨੇ। ਇਹਨੇ ਫਿਰ ਜਦੋਂ ਬੇਟੀ ਨੇ ਵੀ ਘਰ ਟੁਰ ਗਈ, ਇਹਨੇ 20 ਲੱਖ ਫਿਰ ਜਦੋਂ 20 ਲੱਖ ਅਦਾ ਹੋ ਗਿਆ, 8 ਲੱਖ ਇਹਨੇ ਫਿਰ ਸਾਡੇ ਪਾ ਦਿੱਤਾ। ਸਿਰਫ ਮਾਮਲਾ ਟੋਟਲ 20 ਲੱਖ ਰੁਪਏ ਦਾ ਸੀ, ਉਸ ਤੋਂ ਬਾਅਦ 8 ਲੱਖ ਰੁਪਇਆ ਹੋਰ ਇਜ਼ਾਫੀ ਮੰਗ ਰਿਹਾ। ਹਾਂਜੀ 20 ਲੱਖ ਤੋਂ ਵੀ ਘੱਟ ਹੀ ਸਭ 20 ਲੱਖ ਧੀ ਵਾਸਤੇ ਦੇ ਦਿੱਤਾ। ਜੇ ਕੋਈ ਲੱਖ ਤੁਹਾਡਾ ਬਚਿਆ ਤਾਂ ਵੀ ਕੋਈ ਨਹੀਂ ਗੱਲ। ਹੁਣ ਪਹਿਲਾਂ ਉਹ ਡੇਰੇ ਤੇ ਆਇਆ, ਸਾਡੇ ਬਾਹਰ ਖੇਤ ਵਿੱਚ ਮੁੰਜੀ ਵੇਖਣ ਆਇਆ। ਸਾਨੂੰ ਨਹੀਂ ਪਤਾ ਉੱਥੇ ਤਾਇਆ ਉਹ ਬੈਠਾ। ਉਹਨੇ ਆਖਿਆ ਮੈਂ ਮੁੰਜੀ ਵੇਖਣਾ, ਮੈਂ ਮੁੰਜੀ ਵੱਢਣੀ ਹੈ। ਸਾਨੂੰ ਕੋਈ ਇਲਮ ਨਹੀਂ, ਇੱਥੇ ਸਾਨੂੰ ਕੋਈ ਫੋਨ ਨਹੀਂ ਆਇਆ ਵੀ ਸਾਡੇ ਘਰ ਆਉਣ ਲੱਗਾ। ਅਸੀਂ ਵੀ ਆਪਣੇ ਘਰ ਦਾ ਇੰਤਜ਼ਾਮ ਕਰਕੇ ਰੱਖਦੇ। ਸਿਰਫ ਮੇਰੀ ਬੇਟੀ ਤੇ ਮੈਂ ਘਰ ਹਾਂ। ਦੂਸਰਾ ਵੱਡਾ ਜਵਾਈ ਮੇਰਾ ਸਿਰਫ 2 ਮਹੀਨੇ ਹੋ ਗਏ ਨੇ ਘਰ ਮੇਰੇ ਰਹਿੰਦਾ ਸੀ। ਮੈਂ ਬਿਮਾਰ ਮਰੀਜ਼ ਹਾਂ। ਮੈਂ ਪਿੱਤੇ ਦਾ ਆਪਰੇਸ਼ਨ ਕਰਵਾਇਆ, ਥੋੜ੍ਹੇ ਦਿਨ ਹੋ ਗਏ ਨੇ। ਮੈਂ ਆਪਣੀ ਬੇਟੀ ਨੂੰ ਆਪਣੇ ਸਾਥ ਰੱਖਿਆ ਸੀ, ਮੈਂ ਇਕੱਲੀ ਵਾਸਤੇ। ਤੇ ਉਹਨਾਂ ਦੇ ਵੈਰੋਂ ਪੈ ਗਿਆ ਕਿ ਮੈਂ ਇਹਨਾਂ ਨੂੰ ਮਾਰਨਾ। ਕਤਲ ਦੇ ਹਮਲੇ ਉਹਨਾਂ ਤੇ ਕਰਦਾ ਪਿਆ। ਹੁਣ ਵੀ ਅਸਲਾ ਨਾਲ ਲੈ ਕੇ ਆਇਆ ਜੇ। ਤੁਹਾਡੇ ਉਹ ਦਿਮਾਗ ਨੂੰ, ਤੁਹਾਡੇ ਜਵਾਈ ਨੂੰ ਪਤਾ ਸੀ ਕਿ ਤੁਸੀਂ ਬਿਮਾਰ ਹੋ? ਹਾਂਜੀ ਪਤਾ ਜੇ, ਆਪਰੇਸ਼ਨ ਦਾ ਵੀ ਉਹਨੂੰ ਪਤਾ ਜੇ। ਉਹਨਾਂ ਨੂੰ ਪਤਾ ਜੇ, ਆਪਰੇਸ਼ਨ ਤੱਕ ਪਤਾ ਲੈਣ ਤੱਕ नहीं गया, ਉਹਨੂੰ पता ऑपरेशन होया। जी नाज़रीन, आप देख रहे हैं कि एक माँ जो कि अपनी बेटी, अपने खून का टुकड़ा, अपने जिगर का हिस्सा एक बेटे को दे देती हैं अपना बेटा बनाने के लिए, लेकिन वो बेटा नहीं देखता कि ये मेरी हकीकी माँ जैसी है और बीमार है। ये आपको नज़र आ रही हैं कि पित्ते में मुब्तला, ये बीमारी में मुब्तला है ये ख़तून, ये माँ साहिबा। और इनको तशद्दुद किया गया। एक दरवाज़े में इन्होंने एक
कमरे में खुद को बंद कर लिया, लेकिन वो दिमाग इन पे फिर भी तशद्दुद करता रहा और इनको बार बार यही कहता रहा कि मैंने आज आपको ज़िंदा नहीं छोड़ना। भाजी बिल्कुल ਤੁਹਾਡਾ ਕੋਈ ਪਹਿਲੇ ਉਹਦੇ ਨਾਲ ਕੋਈ ਚਪਕਲਿਸ਼ ਕੋਈ ਰੰਜਿਸ਼ ਹੈ ਸੀ ਉਹਦੇ ਨਾਲ? ਨਹੀਂ ਸਾਡੇ ਨਾਲ ਨਹੀਂ, ਸਗੋਂ ਉਹਦੀ ਜਿਹੜੀ ਬੀਵੀ ਸਾਡੇ ਨਾਲ, ਇਹ ਬਾਹਰ ਰਿਹਾ 4.5 ਸਾਲ, ਮੈਂ ਇਕੱਲੀ ਘਰ ਰਹਿੰਦੀ ਹਾਂ। ਮੈਂ ਆਪਣੀ ਬੇਟੀ ਨੂੰ ਮੈਂ ਆਪਣੇ ਘਰ, ਇਹਦੀ ਬੀਵੀ ਨੂੰ ਮੈਂ ਘਰ ਰੱਖਿਆ। ਹੁਣ ਜਿਸ ਦਿਨ ਦਾ ਬਾਹਰੋਂ ਆਇਆ 2 ਮਹੀਨੇ ਹੋ ਗਏ ਨੇ, ਮੇਰੀ ਬੇਟੀ ਆਪਣਾ ਘਰ ਵਸਾਉਣ ਵਾਸਤੇ ਲੜਾਈਆਂ ਝਗੜੇ ਪਏ ਸਨ, ਪਹਿਲਾਂ ਆਪੇ ਵਿਚਾਰੀ ਟੁਰ ਗਈ। ਮੈਂ ਘਰ ਵਸਾਉਣਾ ਆਪਣਾ, ਆਬਾਦ ਕਰਨਾ। ਅੱਜ ਜਦੋਂ ਉਹਨਾਂ ਹਮਲਾ ਕੀਤਾ ਕਿੰਨੇ ਬੰਦੇ ਸਨ ਉਹ? ਇੱਥੇ ਮੌਜੂਦ 2 ਬੰਦੇ ਹਨ, 2 ਭਾਈ ਆਏ ਸਨ। ਉਹਨਾਂ ਕੋਲ ਕੋਈ ਅਸਲਾ ਵਗੈਰਾ ਹੈ ਸੀ? ਹੈ ਸੀ ਅਸਲਾ ਉਹਨਾਂ ਦੇ ਕੋਲ। ਉਹਨੇ ਚਾਦਰ ਦੇ ਥੱਲੇ ਦਿੱਤਾ ਸੀ, ਉੱਤੇ ਚਾਦਰ ਸੀ, ਹੱਥ ਵਿੱਚ 2 ਸੋਟੇ ਸਨ, ਨਾਲ 2 ਤਾਲੇ ਲੈ ਕੇ ਆਏ ਨੇ ਵੀ ਅਸਾਂ ਇਹ ਅੱਜ ਕਬਜ਼ਾ ਪੱਕਾ ਕਰਕੇ ਜਾਣਾ। ਘਰ ਇਹਨਾਂ ਦੇ ਜੀ ਹੋਰ ਕੋਈ ਨਹੀਂ, ਸਿਰਫ ਮੇਰੀ ਬੇਟੀ ਤੇ ਮੈਂ ਸਾਂ। नाज़रीन, मुझे तो एक दामाद कहना, एक बेटी कहना शर्म महसूस हो रही है कि वो कैसा दामाद है, वो कैसा बेटा है जो इनकी बेटी तो साथ ले गया लेकिन अपनी माँ को माँ ना समझा, इन पे तशद्दुद करता रहा। और अहले मोहल्ला का भी कहना है कि काफ़ी देर ये तो तशद्दुद करता रहा, दरवाज़े तोड़ता रहा, ये इनकी सिसकियाँ, इनकी आवाज़ें आती रहीं, बेटा हम पे रहम करो, हम पे रहम करो, अभी आपके साथ हम बैठकर मामला हल कर लेते हैं। लेकिन उस दिमाग ने, उस बेटे ने इस माँ की एक ना सुनी। नाज़रीन, आप देख रहे हैं कि खून किस तरह सफ़ेद हो चुके हैं, किस तरह ये दरिंदगी अरूज पा चुकी है। माँ जी, ਜਦੋਂ ਆਏ ਸਨ ਉਹਨਾਂ ਹਮਲਾ ਤੁਹਾਡੇ ਤੇ ਕੀਤਾ ਹੈ, ਤੁਸੀਂ ਕਿਹਦੀ ਮਦਦ ਲਈ, ਤੁਸੀਂ ਕਿਹਨੂੰ ਪੁਕਾਰਿਆ? ਅਸੀਂ ਨਾ ਅੰਦਰ ਬੱਚੀ ਨੇ ਫਟਾਫਟ ਫੋਨ ਕੀਤਾ ਆਪਣੇ ਖਾਮੰਦ ਨੂੰ। ਖਾਮੰਦ ਉਹਦਾ ਬਾਹਰ ਨਿਕਲਿਆ ਸੀ ਆਪਣੇ ਕੰਮ ਵਾਸਤੇ। ਉਹਨੇ ਅੱਗੋਂ ਫਿਰ ਪੁਲਿਸ ਨੂੰ ਵੀ ਫੋਨ ਕਰ ਦਿੱਤਾ। ਜਦੋਂ ਸਾਡੇ ਬੂਹੇ ਤੇ ਹਮਲਾ ਹੋ ਗਿਆ, ਸਾਡੀ ਕੋਈ ਪੇਸ਼ ਨਹੀਂ ਜਾਂਦੀ, ਕਿਸੇ ਪਾਸੇ ਵਾਹ ਨਹੀਂ ਸਾਡੀ ਜਾਣ ਡਈ। ਇਹ 2 ਬੰਦੇ ਗਵਾਹ ਨੇ, ਜਿਹੜਾ ਮੇਰਾ ਭਣੂੰਜਾ ਵੀ ਹੈ, ਉਸ ਮੁੰਡੇ ਦਾ ਚਾਚੂ ਵੀ, ਇਹ ਵੀ ਤੁਹਾਨੂੰ ਬਿਆਨ ਦੇ ਸਕਦਾ ਹੈ ਸਾਹਮਣੇ ਉਹਨਾਂ ਦੇ, ਜਿਨ੍ਹਾਂ ਦੇ ਬੂਹੇ ਤੋੜੇ ਨੇ, ਦਰਵਾਜ਼ੇ ਤੋੜੇ ਨੇ, ਹਰ ਕੰਮ ਕੀਤਾ। ਅਸੀਂ ਡਰਦਿਆਂ ਤੋਂ ਦਰਵਾਜ਼ਾ ਨਹੀਂ ਖੋਲ੍ਹਿਆ। ਆਖਰ ਤੇ ਜਾ ਕੇ ਉਹਨਾਂ ਉਹ ਵੀ ਦਰਵਾਜ਼ਾ ਤੋੜ ਦਿੱਤਾ। ਤੁਸੀਂ ਸਾਰਾ ਕੁਝ ਵੇਖ ਲਿਆ ਵਿੱਚ। ਫਿਰ ਸਾਡੇ ਚੂਚੇ ਜਿਹੜੇ ਅਸਾਂ ਰੱਖੇ ਜੇ, ਉਂਝ ਹੀ ਆਪਣੇ ਸ਼ੌਕਿਆ ਤੌਰ ਮੇਰੇ ਬੇਟੇ ਰੱਖੇ। ਫਿਰ ਚਲੋ ਮੈਂ ਕਦੀ ਘਰ ਰਹਿੰਦੇ ਰੌਣਕ ਵਾਸਤੇ, ਮੈਂ ਹੁਣ ਨਹੀਂ ਸੰਭਾਲ ਸਕਦੀ। ਮੈਂ ਆਪਣੇ ਬੇਟੀ ਨੂੰ ਤੇ ਬੇਟਾ ਮੈਂ ਠੀਕ ਨੇ ਉਹਨਾਂ ਘਰ ਸੱਦਿਆ, ਉਹ ਵੀ ਮਾਰ ਕੇ ਸੁੱਟ ਗਿਆ ਬੁਰਾ ਭਾਈ ਜਿਹੜਾ। ਮਾਂ ਜੀ, ਜਦੋਂ ਹਮਲਾ ਉਹਨਾਂ ਕੀਤਾ ਸੀ ਤੁਸੀਂ ਪੁਲਿਸ ਨੂੰ ਇਨਫਾਰਮ ਕੀਤਾ ਸੀ? ਹਾਂਜੀ ਕੀਤਾ ਫੋਨ। ਪੁਲਿਸ ਆਈ ਸੀ? ਹਾਂਜੀ ਆ ਹੋ ਕੇ ਗਈ, ਹਮ ਸਾਰਾ ਕੁਝ ਵੇਖ ਕੇ ਗਈ। ਉਦੋਂ ਜਦੋਂ ਪੁਲਿਸ ਆਈ ਹੈ ਉਹ ਮੌਕੇ ਤੇ ਮੌਜੂਦ ਸਨ ਜਾਂ ਉਹ ਚਲੇ ਗਏ? ਜਦੋਂ ਫੋਨ ਆਇਆ ਨਾ ਕਿਸੇ ਦਾ, ਉਹ ਫਿਰ ਟੁਰ ਗਿਆ, ਵਾਪਸ ਚਲਾ ਗਿਆ। ਉਸ ਮੈਂ ਫਿਰ ਆਖਿਆ ਤੂੰ ਹੁਣ ਬਹਿ ਜਾ, ਮੈਨੂੰ ਨਾਲ ਇਹ ਵੀ ਧਮਕੀ ਲਾ ਕੇ ਗਿਆ ਤੂੰ ਹੁਣ ਪੁਲਿਸ ਨੂੰ ਸੱਦ, ਉੱਥੇ ਦਰਖਾਸਤ ਦੇ ਆ, ਅੱਜ ਰਾਤ ਤੇਰੇ ਵਿੱਚ ਨਹੀਂ ਖੈਰ ਦੀ, ਰਾਤ ਹਮਲਾ ਮੈਂ ਬੜਾ ਅੱਜ ਕਰਨਾ, ਅੱਜ ਤੂੰ ਸੌਂ ਨਹੀਂ ਸਕਦੇ। ਅਸੀਂ ਫਿਰ ਕੀ ਕਰੀਏ ਹੁਣ ਦੱਸੋ? ਹੁਣ ਬੇਟੀ ਦਾ ਘਰ ਵਸਾਉਣ ਵਾਸਤੇ ਅਸੀਂ ਇਹਨਾਂ ਨਾਲ ਕਸਰਾਂ ਖਾ ਛੜੀਆਂ ਨੇ, ਆਪਣਾ ਘਰ ਤਬਾਹ ਕਰ ਛੜਿਆ। ਹੁਣ ਇਹ ਕੋ ਮਾਰਾਂ ਜਵਾਈ ਕੋ ਖਾਨੇ ਅੰਦਰ ਕਤਲ ਦਾ ਹਮਲਾ ਅੰਦਰ ਕਰਨ ਅੰਦਰ ਤੱਕ ਤੁਰ ਗਿਆ। ਕੀ ਕਹਿੰਦਾ ਤੁਹਾਨੂੰ ਕਤਲ ਕਰ ਦੇਣਾ? ਹਾਂਜੀ ਤੁਹਾਨੂੰ ਮਾਰ ਛੱਡਣਾ, ਤੇਰੀ ਬੇਟੀ ਨੂੰ ਮਾਰ ਛੱਡਣਾ, ਤੇਰੇ ਜਵਾਈ ਨੂੰ ਮਾਰ ਛੱਡਣਾ। ਮੈਂ ਫਿਰ ਗੁੱਸੇ ਨਾਲ ਨਿਕਲੀ ਆ ਬਾਹਰ। ਜਦੋਂ ਮੇਰੇ ਪਿੰਡ ਦੇ ਜਿਹੜੇ ਆ ਗਏ ਨੇ, ਅੰਦਰ ਹੋ ਗਏ ਨੇ, ਉਹਨਾਂ ਸਾਨੂੰ ਬਾਹਰ ਕੱਢਿਆ। ਮੈਂ ਕਿਹਾ ਹੁਣ ਮੈਨੂੰ ਮਾਰ, ਮੈਂ ਨਿਕਲ ਆਈ ਹਾਂ ਬਾਹਰ, ਮੈਨੂੰ ਮਾਰ ਦੇ, ਮੈਂ ਤਾਂ ਅੱਗੇ ਮੋਈ ਹਾਂ। जी नाज़रीन, ये आप देख रहे हैं वाक़या कि मैं फिर से कह रहा हूँ कि मुझे तो शर्मिंदगी महसूस हो रही है कि एक दिमाग को कहना कि ये हमारा दिमाग है। दिमाग हमेशा बेटों की तरह होते हैं। नाज़रीन, हमारे साथ कुछ अहले मोहल्ला के लोग भी मौजूद हैं, हम उनसे भी जानने की कोशिश करते हैं कि ये वाक़या क्या हुआ और क्या ये जो माँ जी बता रही हैं क्या ये बिल्कुल हकीकत पे मबनी है।